Your next topic is disposal of waste water. ਹੁਣ ਜਿਹੜਾ ਵੇਸਟ ਵਾਟਰ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਡਿਸਪੋਜ਼ ਕਰ ਸਕਦੇ ਹਾਂ ਸੋ ਦੈਟ ਆਵਰ ਅਰਥ ਬਿਕਮ ਅ ਬਿਊਟੀਫੁਲ ਪਲੇਸ ਟੂ ਲਿਵ. Generation of waste is a natural phenomena of all life. ਵੇਸਟ ਪੈਦਾ ਹੋਣਾ ਕਹਿੰਦਾ ਨੈਚੁਰਲ ਕੁਦਰਤੀ ਫਿਨੋਮੀਨਾ ਆ ਲਾਈਫ ਦਾ. ਜਿੱਥੇ ਲਾਈਫ ਆ ਉੱਥੇ ਵੇਸਟ ਬਣੂਗਾ ਹੀ ਬਣੇਗਾ. all living organism, ਸਾਰੇ living organism, man, animals, plants generate waste. ਸਾਰੇ waste generate ਕਰਦੇ ਆ, ਚਾਹੇ man ਆ, ਚਾਹੇ ਕੋਈ animal ਆ, ਚਾਹੇ even plants ਆ, ਇਹ ਵੀ ਵੇਸਟ ਨੇ. ਇਹਨਾਂ ਦੇ ਪੱਤੇ ਵੇਸਟ ਹੁੰਦੇ ਆ, ਡੈਡ ਜਿਹੜੀ ਇਹਨਾਂ ਦੀਆਂ ਡੈਡ ਬ੍ਰਾਂਚਿਸ ਹੁੰਦੀਆਂ ਨੇ, ਠੀਕ ਹੈ. they also generate waste. Then how nature utilizes everything in the forest and nothing is wasted. ਉਹ ਕਹਿੰਦਾ ਕੁਦਰਤ ਕਿਵੇਂ ਜੰਗਲ ਦੇ ਵਿੱਚ ਹਰੇਕ ਚੀਜ਼ ਨੂੰ ਯੂਟੀਲਾਈਜ਼ ਯੂਜ਼ ਕਰਦੀ ਆ ਅਤੇ ਕੁਝ ਵੀ ਸਾਡੇ ਕੋਲੇ ਵੇਸਟ ਨਹੀਂ ਰਹਿੰਦਾ. ਨੈਚੁਰਲੀ ਗਰੋਇੰਗ ਪਲਾਂਟਸ, ਕੁਦਰਤੀ ਉੱਠਣ ਵਾਲੇ ਪਲਾਂਟਸ ਅਤੇ ਕੁਝ ਮਾਈਕਰੋ ਆਰਗੇਨਿਜ਼ਮ ਅਤੇ ਕੁਝ ਡੀਕੰਪੋਜ਼ਰਸ ਕੀਪ ਦਾ ਇਨਵਾਇਰਮੈਂਟ, ਸੋਇਲ ਐਂਡ ਵਾਟਰ ਕਲੀਨ. ਪੁੱਤਰ ਜੀ ਕੁਛ ਪਲਾਂਟਸ ਨੇ ਅਤੇ ਕੁਛ ਮਾਈਕਰੋ ਆਰਗੇਨਿਜ਼ਮ ਨੇ ਅਤੇ ਕੁਛ ਡੀਕੰਪੋਜ਼ਰਸ ਨੇ ਜਿਹੜੇ ਗਲ ਸੜ 'ਤੇ ਉੱਗਦੇ ਆ. ਕਰਵਾਇਆ ਨਾ ਤੁਹਾਨੂੰ ਡੀਕੰਪੋਜ਼ਰਸ, ਮਸ਼ਰੂਮ ਕਰਵਾਈਆਂ ਨੇ. ਇਸ ਤਰ੍ਹਾਂ ਕੁਛ ਐਨੀਮਲਸ ਵੀ ਨੇ ਡੀਕੰਪੋਜ਼ਰਸ, ਉਸ ਤਰ੍ਹਾਂ ਕੁਛ ਮਾਈਕਰੋ ਆਰਗੇਨਿਜ਼ਮਸ ਨੇ ਲਾਈਕ ਬੈਕਟੀਰੀਆ, ਅਤੇ ਕੁਛ ਪਲਾਂਟਸ ਨੇ ਜਿਹੜੇ ਆਪਣੇ ਇਨਵਾਇਰਮੈਂਟ ਨੂੰ, ਸੋਇਲ ਨੂੰ ਅਤੇ ਪਾਣੀ ਨੂੰ ਕਲੀਨ ਰੱਖਦੇ ਆ. ਠੀਕ ਹੈ. ਹੇਅਰ ਉਹਨਾਂ ਨੇ ਇੱਥੇ ਦੇ ਹੈਵ ਟੇਕਨ ਦਾ ਐਗਜ਼ਾਮਪਲ ਆਫ ਯੂਕਲਿਪਟਸ. ਯੂਕਲਿਪਟਸ ਕਹਿੰਦੇ ਆ ਸਫੈਦੇ ਨੂੰ. ਕਹਿੰਦਾ ਜੇ ਅਸੀਂ ਯੂਕਲਿਪਟਸ ਬੀਜ ਦਈਏ ਅਲੋਂਗ ਦਾ ਬੈਂਕਸ ਆਫ ਕੈਨਾਲਸ, ਨਹਿਰਾਂ ਦੇ ਜਾਂ ਛੱਪੜਾਂ ਦੇ ਕੰਢਿਆਂ 'ਤੇ, ਤਾਂ ਉਹਦੇ ਨਾਲ ਵੇਸਟ ਵਾਟਰ ਸਾਫ਼ ਹੋ ਜਾਊ. ਕਿਉਂ? ਵਾਈ? ਬਿਕੋਜ਼ ਦਿਸ ਪਲਾਂਟ ਐਬਜ਼ੋਰਬ ਆਲ ਸਰਪਲਸ ਵੇਸਟ ਵਾਟਰ ਰੈਪਿਡਲੀ. ਜਿਹੜਾ ਵੇਸਟ ਵਾਟਰ ਆ ਉਹਨੂੰ ਇਹ ਬਹੁਤ ਛੇਤੀ ਅਬਜ਼ੋਰਬ ਕਰ ਲੈਂਦਾ. ਠੀਕ ਆ. ਕਿਉਂ? ਕਿਉਂਕਿ ਇਹ ਪਾਣੀ ਬਹੁਤ ਲੈਂਦੇ ਆ. ਉਹਦੇ ਨਾਲ ਜਿਹੜਾ ਛੱਪੜਾਂ ਦੇ ਵਿੱਚ ਪਾਣੀ ਜਾਂਦਾ ਉਹ ਇਹਨਾਂ ਨੇ ਅਬਜ਼ੋਰਬ ਕਰ ਜਾਣਾ. ਉਹਦੇ ਨਾਲ ਇਹਨਾਂ ਨੇ ਕੀ ਛੱਡਣੀ ਆ? ਤਾਂ ਪਿਓਰ ਵਾਟਰ ਵੈਪਰ ਛੱਡਣਗੇ ਇਨ ਦਾ ਐਟਮੋਸਫੀਅਰ. ਇਹਨਾਂ ਦੇ ਪੱਤਿਆਂ ਤੋਂ ਜਿਹੜਾ ਪਾਣੀ ਉੱਡੂਗਾ, ਵੈਪੋਰੇਟ ਹੋਊਗਾ, ਉਹ ਕਿਹੜਾ ਹੋਊਗਾ? ਉਹ ਪਿਓਰ ਹੋਊਗਾ. ਕਿੱਦਾਂ ਸਾਫ਼ ਕਰਦੇ ਆ? ਕਿਉਂਕਿ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਉੱਠਣ ਨੂੰ. ਵੇਸਟ ਵਾਟਰ ਇਹ ਲਈ ਜਾਂਦੇ ਆ ਅਤੇ ਪਿਓਰ ਵਾਟਰ ਇਹ ਛੱਡਦੇ ਆ. ਈਵਨ ਇਨ ਦਾ ਅਰਲੀ ਇਰਾ ਆਫ ਸਿਵਲਾਈਜੇਸ਼ਨ, ਜਦੋਂ ਸੱਭਿਅਤਾ ਸ਼ੁਰੂ ਹੋਈ, ਸੱਭਿਅਤਾ ਮੀਨਸ ਲੋਕਾਂ ਨੇ ਪਿੰਡ ਬਣਾ ਕੇ ਜਾਂ ਸ਼ਹਿਰ ਬਣਾ ਕੇ ਰਹਿਣਾ ਸ਼ੁਰੂ ਕੀਤਾ, ਵੇਸਟ ਫਰੋਮ ਸਿਟੀਜ਼ ਵਰ ਡਾਇਰੈਕਟਲੀ ਡਰੇਨਡ ਇਨਟੂ ਵਾਟਰ ਬੋਡੀਜ਼. ਤਾਂ ਜਿਹੜਾ ਵੇਸਟ ਸੀਗਾ ਉਹ ਸ਼ਹਿਰਾਂ ਤੋਂ ਸਿੱਧਾ ਹੀ ਵਾਟਰ ਬੋਡੀਜ਼ ਲਾਈਕ ਰਿਵਰਸ ਦੇ ਵਿੱਚ ਪਾਉਣ ਲੱਗ ਗਏ. ਐਂਡ ਨੇਚਰ ਵਾਜ਼ ਏਬਲ ਟੂ ਉਸ ਸਮੇਂ ਜਿਹੜਾ ਉਹ ਵੇਸਟ ਪਾਉਂਦੇ ਸੀ ਉਹਨੂੰ ਕੁਦਰਤ ਖ਼ਤਮ ਕਰ ਦਿੰਦੀ ਸੀ, ਕਿਉਂਕਿ ਉਹ ਵੇਸਟ ਹੀ ਇਸ ਤਰ੍ਹਾਂ ਦਾ ਸੀ ਕਿ ਉਹ ਕੁਦਰਤੀ ਚੀਜ਼ਾਂ ਨਾਲ, ਪਲਾਂਟਸ ਨਾਲ, ਮਾਈਕਰੋ ਆਰਗੇਨਿਜ਼ਮ ਨਾਲ, ਡੀਕੰਪੋਜ਼ਰਸ ਦੇ ਨਾਲ ਖ਼ਤਮ ਹੋ ਜਾਂਦਾ ਸੀ. ਠੀਕ ਆ. ਬਟ ਡਿਊ ਟੂ ਕੰਟੀਨਿਊਸ ਇਨਕਰੀਜ਼ ਇਨ ਪਾਪੂਲੇਸ਼ਨ, ਪਰ ਪਾਪੂਲੇਸ਼ਨ ਵਧਣ ਦੇ ਨਾਲ ਲਾਰਜ ਕੁਆਂਟੀਟੀਜ਼ ਆਫ ਵੇਸਟ ਹੈਡ ਬੀਨ ਜਨਰੇਟਡ. ਬਹੁਤ ਜ਼ਿਆਦਾ ਵੇਸਟ ਪੈਦਾ ਹੋਣ ਲੱਗ ਗਿਆ ਵਿਚ ਨੇਚਰ ਕੁਡ ਨਾਟ ਹੈਂਡਲ, ਜਿਹਨੂੰ ਕੁਦਰਤ ਹੈਂਡਲ ਨਹੀਂ ਕਰ ਸਕਦੀ. ਐਂਡ ਐਜ਼ ਏ ਰਿਜ਼ਲਟ ਆਵਰ ਵਾਟਰ ਰਿਸੋਰਸਿਸ ਹੈਵ ਬੀਨ ਸਪੋਇਲਡ. ਜਿਹਦੇ ਕਰਕੇ ਸਾਡੇ ਜਿਹੜੇ ਵਾਟਰ ਰਿਸੋਰਸਿਸ ਨੇ ਉਹ ਸਾਰੇ ਗੰਦੇ ਹੋ ਰਹੇ ਨੇ, ਖਰਾਬ ਹੋ ਰਹੇ ਨੇ. ਅ ਲਾਰਜ ਪਾਰਟ ਆਫ ਦਾ ਵੇਸਟ ਵਾਟਰ ਇਜ਼ ਨੋਨ ਬਾਇਓਡੀਗ੍ਰੇਡੇਬਲ. ਅ ਲਾਰਜ ਪਾਰਟ ਆਫ ਦਾ ਵੇਸਟ ਦਾ ਬਹੁਤ ਵੱਡਾ ਪਾਰਟ ਆ ਜਿਹੜਾ ਨੋਨ ਬਾਇਓਡੀਗ੍ਰੇਡੇਬਲ ਆ. ਬਾਇਓਡੀਗ੍ਰੇਡੇਬਲ ਹੁੰਦਾ ਜਿਹੜਾ ਖ਼ਤਮ ਹੋ ਜਾਂਦਾ ਵੇਸਟ. ਨੋਨ ਬਾਇਓਡੀਗ੍ਰੇਡੇਬਲ ਜਿਹੜਾ ਖ਼ਤਮ ਨਹੀਂ ਹੁੰਦਾ, ਉਹਨੂੰ ਧਿਆਨ ਦੇ ਨਾਲ ਯੂਜ਼ ਕਰੋ. ਕਿਹੜਾ ਉਹ ਨੋਨ ਬਾਇਓਡੀਗ੍ਰੇਡੇਬਲ ਆ? ਪਲਾਸਟਿਕ, ਪੋਲੀਥੀਨ. ਇੱਕ ਪੋਲੀਥੀਨ ਚਾਹੇ 10 ਸਾਲਾਂ ਬਾਅਦ ਕੱਢ ਲਓ, ਐਜ਼ ਇਟ ਇਜ਼ ਪਿਆ ਹੋਣਾ ਉੱਥੇ. ਬੋਟਲਸ, ਇਹ ਵੇਸਟ ਇੰਨਾ ਕੁ ਅਸੀਂ ਵਾਟਰ ਬੋਡੀਜ਼ ਦੇ ਵਿੱਚ ਪਾਤਾ ਕਿ ਇਹ ਸਾਡੇ ਸੀਜ਼ ਦੇ, ਸਮੁੰਦਰਾਂ ਵਿੱਚ, ਓਸ਼ੀਅਨਸ ਦੇ ਵਿੱਚ, ਫਿਸ਼ਸ ਦੇ ਮੂੰਹ ਦੇ ਵਿੱਚ ਜਾਣ ਲੱਗ ਗਿਆ. ਇੰਨਾ ਜ਼ਿਆਦਾ ਅਸੀਂ ਲੋਕਾਂ ਨੇ ਵੇਸਟ ਪੈਦਾ ਕਰਤਾ. ਅਸੀਂ ਕਿਸੇ ਸ਼ਾਪ 'ਤੇ ਜਾਂਦੇ ਹਾਂ, ਇੱਕ ਪੋਲੀਥੀਨ ਨਹੀਂ 2 3 4 ਚੱਕਦੇ ਹਾਂ, ਘਰੇ ਉਹਨੂੰ ਯੂਜ਼ ਕੀਤੇ ਸੈੱਟ ਦਿੰਦੇ ਹਾਂ. ਉਹ ਉੱਥੇ ਪਿਆ ਆਪਣੇ ਵਿੱਚੋਂ, ਉਹਦੇ 'ਚੋਂ ਕੈਮੀਕਲਸ ਨਿਕਲੀ ਜਾਂਦੇ ਨੇ, ਈਵਨ ਉਹ ਸੋਇਲ ਵੀ ਗੰਦੀ ਹੋ ਜਾਂਦੀ ਆ.
पर असी लोग ये गल नहीं समझते। असी कुदरत दे तो चलो गंदी कीता, ਜਿਹੜੇ ਹੋਰ ਐਨੀਮल्स ने जिन्हां ने इस धरती ते रहण दा हक आ बराबर दा, फिशेस वेल वड्डियां वड्डियां ने जिन्हां नूं रहण दा हक आ, ਉਹ भी असी मारतीਆਂ, मारनियां शुरू ही कीतियां होईयां ने। ਜਦੋਂ ਉਹਨਾਂ ਦੇ ਮੂੰਹ 'ਚ नॉन बायोडिग्रेडेबल फसूगा तो मरनगियां ही बेचारियां। ਇਹ ਉਹ ਵੇਸਟ ਆ ਜਿਹੜਾ ਕਦੇ ਖਤਮ ਨਹੀਂ ਹੁੰਦਾ ਜੀ, ਤੇ ਮਾਈਕਰੋ ਆਰਗੇਨਿਜ਼ਮ ਖਤਮ ਨਹੀਂ ਹੋ ਸਕਦੇ। ਬਾਇਓਡੀਗ੍ਰੇਡੇਬਲ ਕੀ ਆ, ਜਿਹੜਾ ਖਤਮ ਹੋ ਜਾਂਦਾ ਆ। Beginning of the 20th century, some countries began to realize that river, lakes, and even seas getting dangerously polluted by the discharge of wastewater. 20th century ਦੇ starting ਤੇ ਕੁਝ ਕੰਟਰੀ ਨੇ ਰਿਲਾਈਜ਼ ਕੀਤਾ ਕਿ ਰਿਵਰ ਤੇ ਲੇਕਸ ਨੇ, ਜਿੰਨੇ ਵੀ ਸੀਜ਼ ਨੇ, ਉਹ ਸਾਰੇ ਬਹੁਤ ਡੇਂਜਰਸਲੀ ਪੋਲਿਊਟ ਹੋ ਰਹੇ ਨੇ। ਕਿਉਂਕਿ ਉਹਨਾਂ 'ਚ ਵੇਸਟ ਵਾਟਰ ਪਾਇਆ ਜਾ ਰਿਹਾ ਆ। ਸੋ ਇਸ ਚੀਜ਼ ਨੂੰ ਰੋਕਣ ਲਈ ਇੱਕ ਵਰਲਡ ਵਾਈਡ ਕੈਂਪੇਨ ਸਟਾਰਟ ਕੀਤੀ ਗਈ ਤਾਂ ਕਿ ਅਸੀਂ ਵਾਟਰ ਬੇਸ ਅਪਣਾਈਏ ਡਿਸਪੋਜ਼ਲ ਆਫ ਵੇਸਟ ਵਾਟਰ, ਕਿ ਉਸ ਵੇਸਟ ਵਾਟਰ ਨੂੰ ਅਸੀਂ ਕੁਝ ਤਰੀਕਿਆਂ ਨਾਲ ਕਲੀਨ ਕਰੀਏ, ਸਾਫ਼ ਕਰਕੇ ਹੀ ਵਾਟਰ ਬੋਡੀਜ਼ 'ਚ ਪਾਈਏ। ਦੈਨ ਨੈਕਸਟ ਆ ਗਿਆ ਕਿ ਵੇਸਟ ਵਾਟਰ ਨੂੰ ਅਸੀਂ ਕਿਵੇਂ ਕਲੀਨ ਕਰ ਸਕਦੇ ਹਾਂ। ਦੈਟ ਇਜ਼ ਡਨ ਬਾਏ ਵੇਸਟ ਵਾਟਰ ਟਰੀਟਮੈਂਟ ਪਲਾਂਟ, WW ਵੇਸਟ ਵਾਟਰ ਟਰੀਟਮੈਂਟ ਪਲਾਂਟਸ। ਹੁਣ ਇਹ ਪਲਾਂਟਸ ਦੀਆਂ ਕੁਛ ਉਹਨਾਂ ਨੇ ਪਿਕਚਰ ਦਿਖਾਈਆਂ ਨੇ। ਇਹਨੂੰ ਬਾਰ ਸਕਰੀਨਿੰਗ ਕਹਿੰਦੇ ਆ। ਦਿਸ ਵਨ ਇਜ਼ ਯੂਅਰ ਸੈਡੀਮੈਂਟੇਸ਼ਨ ਐਂਡ ਦਿਸ ਵਨ ਇਜ਼ ਯੂਅਰ ਏਰੀਏਸ਼ਨ ਟੈਂਕ, ਜਿਹ 'ਚ ਹਵਾ ਪਾਈ ਜਾਂਦੀ ਹੈ। ਏਰੀਏਸ਼ਨ ਹੁੰਦਾ ਹਵਾ। ਇਨ ਟਾਊਨਸ ਐਂਡ ਸਿਟੀਜ਼ ਲਾਰਜ ਵੇਸਟ ਵਾਟਰ ਟਰੀਟਮੈਂਟ ਪਲਾਂਟ ਵੀ ਹੈਜ਼ ਬੀਨ ਸੈਟਅਪ। ਕਹਿੰਦਾ ਸ਼ਹਿਰਾਂ ਦੇ ਵਿੱਚ ਵੀ, ਛੋਟਿਆਂ 'ਚ ਤੇ ਵੱਡਿਆਂ 'ਚ ਦੋਨਾਂ ਦੇ ਵਿੱਚ ਪੁੱਤਰ ਜੀ ਵੇਸਟ ਵਾਟਰ ਟਰੀਟਮੈਂਟ ਪਲਾਂਟ ਬਣਾਏ ਗਏ ਨੇ ਟੂ ਟਰੀਟ ਡਿਫਰੈਂਟ ਟਾਈਪਸ ਆਫ ਵੇਸਟ ਵਾਟਰ, ਅਲੱਗ-ਅਲੱਗ ਦੇ ਪਾਣੀ ਨੂੰ ਟਰੀਟ ਕਰਨ ਵਾਸਤੇ, ਸਾਫ਼ ਕਰਨ ਵਾਸਤੇ। ਇਨ ਦੈਮ, ਉਹਨਾਂ ਵਿੱਚ ਵੇਸਟ ਵਾਟਰ ਇਜ਼ ਟਰੀਟਡ ਵਿਦ, ਉੱਥੇ ਵੇਸਟ ਵਾਟਰ ਨੂੰ ਫਿਜ਼ੀਕਲੀ, ਕੈਮੀਕਲੀ ਤੇ ਬਾਇਓਲੋਜੀਕਲੀ ਸਾਫ਼ ਕਰਦੇ ਆ। ਫਸਟ ਆਫ ਆਲ, ਫਸਟ ਸਟੈਪ ਕੀ ਆ, ਬਾਰ ਸਕਰੀਨਿੰਗ। ਬਾਰ ਸਕਰੀਨਿੰਗ ਜਿਹੜਾ ਪੁੱਤ ਆਪਾਂ ਆ ਕੀਤਾ ਆ। ਬਾਰ ਸਕਰੀਨਿੰਗ ਦੇ ਵਿੱਚ ਕੀ ਹੈ, ਇਸ ਤਰ੍ਹਾਂ ਤੁਹਾਡੇ ਕੋਲੇ ਕੀ ਲੱਗੀ ਹੁੰਦੀ ਆ, ਬਾਰ ਸਕਰੀਨ ਲੋਹੇ ਦੀਆਂ ਜਾਲੀ ਲੱਗੀ ਹੁੰਦੀ ਆ, ਜਿਹਦੇ ਵਿੱਚ ਪੋਲੀਥੀਨ, ਪਲਾਸਟਿਕ ਬੋਟਲ, ਵੱਡਾ ਵੱਡਾ ਜਿਹੜਾ ਆਪਣੇ ਕੋਲੇ ਵੇਸਟ ਆ ਉਹ ਫਸ ਜਾਂਦਾ ਆ। ਫਸਟ ਸਟੈਪ ਹਮੇਸ਼ਾ ਹਰ ਇੱਕ 'ਚ ਪਹਿਲਾ ਸਟੈਪ ਇਹੀ ਹੋਊਗਾ, ਬਾਰ ਸਕਰੀਨਿੰਗ। First step is to pass the sewage through large bar screens so that we can remove like rags, polythene हो गए, sticks, cane, plastic, polythene, napkin, wood pieces, leaf twigs, ਇਹ ਸਾਰੇ ਇਹਦੇ ਵਿੱਚ ਫਸ ਕੇ ਬਾਹਰ ਰਹਿ ਜਾਂਦੇ ਨੇ। ਜਿਹੜੀ ਮੇਨ ਮੋਟੀ ਮੋਟੀ ਚੀਜ਼ ਆ, ਹੁਣ ਇਕੱਲਾ ਪਾਣੀ ਰਹਿ ਗਿਆ। ਪਾਣੀ ਜਿਹੜਾ ਹੋਰ ਵੱਡੀ ਵੱਡੀ ਚੀਜ਼ ਆਉਂਦੀ ਸੀ ਉਹ ਇੱਥੇ ਫਸ ਗਈ ਬਾਰ ਸਕਰੀਨਿੰਗ 'ਚ। ਨੰਬਰ ਸੈਕਿੰਡ ਇਜ਼ ਸੈਡੀਮੈਂਟੇਸ਼ਨ। ਮੈਂ ਤੁਹਾਨੂੰ 6 ਦੇ ਵਿੱਚ ਕਰਵਾਈ ਸੀ ਡਿਫਾਈਨ ਡੈਫੀਨੇਸ਼ਨਸ ਦੇ ਵਿੱਚ। ਔਰ ਵਟ ਇਜ਼ ਸੈਡੀਮੈਂਟੇਸ਼ਨ? ਇਟ ਇਜ਼ ਦ ਸੈਟਲਿੰਗ ਡਾਊਨ। ਸੈਡੀਮੈਂਟੇਸ਼ਨ ਕੀ ਆ? ਸੈਟਲਿੰਗ ਡਾਊਨ, ਨੀਚੇ ਬੈਠਣਾ। ਹੁਣ ਉਸ ਤੋਂ ਬਾਅਦ ਇਹਨੂੰ ਦੂਸਰੇ ਵਾਟਰ ਨੂੰ ਪਾਸ ਕੀਤਾ ਜਾਂਦਾ, ਵੱਡੇ ਸਾਰੇ ਲਾਰਜ ਵਾਟਰ ਇਜ਼ ਪਾਸ ਥਰੂ ਲਾਰਜ ਗ੍ਰਿਟ ਐਂਡ ਸੈਂਡ ਰਿਮੂਵਲ ਟੈਂਕ। ਉਹ ਵੱਡੇ ਸਾਰੇ ਟੈਂਕ 'ਚ ਪਾਸ ਕੀਤਾ ਜਾਂਦਾ ਜਿੱਥੋਂ ਉਹਦੇ 'ਚੋਂ ਸੈਂਡ ਰਿਮੂਵ ਕਰ ਦੇਣੀ ਹੈ। ਇਸ ਟੈਂਕ ਦੇ ਵਿੱਚ ਸਪੀਡ ਉਹਦੀ ਘਟਾ ਦਿੱਤੀ ਜਾਂਦੀ ਆ ਪਾਣੀ ਦੀ, ਜਿਹਦੇ ਨਾਲ ਸੈਂਡ ਵਗੈਰਾ ਥੱਲੇ ਬੈਠ ਜਾਂਦੇ ਨੇ, ਸੈਟਲ ਡਾਊਨ। ਸੈਂਡ ਦੇ ਥੱਲੇ ਬੈਠਣ ਨੂੰ ਅਸੀਂ ਕਹਿੰਦੇ ਹਾਂ ਸੈਡੀਮੈਂਟੇਸ਼ਨ। ਸੈਂਡ ਸੈਡੀਮੈਂਟਸ ਹੋ ਜਾਂਦੀ ਹੈ। ਉਸ ਤੋਂ ਬਾਅਦ ਵਾਟਰ ਨੂੰ ਪੁੱਤਰ ਜੀ ਇੱਕ ਹੋਰ ਅੱਗੇ ਲਾਰਜ ਟੈਂਕ 'ਚ ਭੇਜਿਆ ਜਾਂਦਾ ਆ, ਵਿਚ ਇਜ਼ ਸਲੋਪਡ ਟੂਵਰਡਸ ਮਿਡਲ, ਜਿਹੜਾ ਕਿ ਵਿਚਾਲਿਓਂ ਐ ਹੁੰਦਾ ਲਾਈਕ ਦਿਸ, ਐਵੇਂ ਸਾਈਡਾਂ ਉੱਪਰ ਤੋਂ ਐਵੇਂ ਹੁੰਦਾ, ਐਵੇਂ ਮਤਲਬ ਕਿ ਆਹ ਵਾਲੀ ਸ਼ੇਪ ਦੇ ਵਿੱਚ ਇਹ ਐਵੇਂ ਉੱਪਰ ਸੈਂਟਰ ਉਹਦਾ ਸਲੋਪਿੰਗ ਹੁੰਦਾ, ਆਹ ਵਾਲਾ ਨੀਚੇ ਨੂੰ ਪਾਣੀ ਗਿਰਦਾ ਹੁੰਦਾ ਹੈ ਸਲੋਪਿੰਗ ਤੋਂ। ਸਲੋਪਡ ਟੂਵਰਡਸ ਮਿਡਲ, ਵਿਚਕਾਰ ਵੱਲ ਨੂੰ ਸਲੋਪਿੰਗ ਫਾਰਮ 'ਚ ਹੁੰਦਾ ਹੈ। Here solids like feces settle settle at the bottom. ਇਹਦੇ ਵਿੱਚ ਜਿਹੜਾ feces ਹੁੰਦਾ, waste water generated by man and animal, feces ਇਹੀ ਆ waste
that is generated by man and animal that is settle at the bottom ਤੇ ਥੱਲੇ ਬੈਠ ਜਾਂਦਾ, ਉਹਨੂੰ ਅਸੀਂ sludge ਕਹਿੰਦੇ ਆ ਤੇ ਉਹਨੂੰ ਅਸੀਂ ਬਾਹਰ ਰਿਮੂਵ ਕਰ ਦਿੰਦੇ ਆ with the help of scrapers। ਉਸ ਤੋਂ ਬਾਅਦ ਜਿਹੜੀਆਂ ਲਾਈਟ ਵੇਟ ਮਟੀਰੀਅਲਸ ਨੇ ਜਿਵੇਂ ਕਿ ਗਰੀਸ ਹੋ ਗਿਆ, ਓਇਲ ਹੋ ਗਿਆ, ਹੋਰ ਕੋਈ ਲਾਈਟ ਵੇਟ ਹੋ ਗਿਆ, ਉਹ ਉੱਪਰ ਤੈਰਦਾ ਰਹਿੰਦਾ ਆ, ਉਹਨੂੰ ਸਕਮ ਕਹਿੰਦੇ ਆ। that float at the surface ਪਾਣੀ ਦੇ ਉੱਪਰ ਤੈਰਦਾ ਆ ਤੇ ਦੂਜਾ ਪਾਣੀ ਦੇ ਥੱਲੇ ਬੈਠ ਜਾਂਦਾ, ਥੱਲੇ ਬੈਠਣ ਵਾਲੇ ਨੂੰ ਰਿਮੂਵ ਕਰਤਾ। ਹੁਣ ਜਿਹੜਾ ਸਕਮ ਆ ਇਹਨੂੰ ਵੀ ਰਿਮੂਵ ਕੀਤਾ ਜਾਂਦਾ ਸਕਿਮਰਸ ਦੁਆਰਾ। ਹੁਣ ਦਾ ਕਲੀਨਰ ਵਾਟਰ ਦਸ obtained is called clarified water। ਇਸ ਤਰ੍ਹਾਂ ਬਾਰ ਸਕਰੀਨਿੰਗ ਤੇ ਸੈਡੀਮੈਂਟੇਸ਼ਨ ਤੋਂ ਬਾਅਦ ਸਾਨੂੰ ਜਿਹੜਾ ਪਾਣੀ ਮਿਲਦਾ ਉਹਨੂੰ ਅਸੀਂ ਕਹਿੰਦੇ ਆ clarified water। the sludge thus removed is transferred to separate tank called digester। ਜਿਹੜੀ ਆਪਾਂ sludge ਜਿਹਦੇ 'ਚ ਆਪਾਂ ਫਿਸਿਸ ਰਿਮੂਵ ਕੀਤੀ ਸੀ ਉਹਨੂੰ ਇੱਕ ਹੋਰ ਟੈਂਕ 'ਚ ਪਾਉਂਦੇ ਆ, ਉਹਨੂੰ ਡਾਈਜੈਸਟਰ ਕਹਿੰਦੇ ਆ। ਉੱਥੇ ਉਹਦੇ 'ਤੇ ਐਨਾਰੋਬਿਕ ਬੈਕਟੀਰੀਆ ਕੰਮ ਕਰਦੇ ਆ ਅਤੇ ਉਹਦੇ ਤੋਂ ਪੁੱਤਰ ਜੀ ਬਾਇਓਗੈਸ ਪ੍ਰੋਡਿਊਸ ਕਰਦੇ ਆ। ਠੀਕ ਆ, ਬਾਇਓਗੈਸ ਨੂੰ ਅਸੀਂ ਫਿਊਲ ਦੇ ਤੌਰ 'ਤੇ ਵੀ ਯੂਜ਼ ਕਰ ਸਕਦੇ ਹਾਂ, ਜਿੱਥੋਂ ਇਲੈਕਟ੍ਰੀਸਿਟੀ ਵੀ ਪ੍ਰੋਡਿਊਸ ਕੀਤੀ ਜਾਂਦੀ ਆ, ਘਰਾਂ 'ਚ ਵੀ ਯੂਜ਼ ਕੀਤੀ ਜਾਂਦੀ ਆ। ਅਤੇ ਬਾਕੀ ਜਿਹੜੀ ਸਾਡੇ ਕੋਲ ਵੇਸਟ ਰਹਿ ਗਿਆ ਉਹਨੂੰ ਅਸੀਂ ਐਜ ਏ ਮੈਨਿਓਰ ਯੂਜ਼ ਕਰਦੇ ਹਾਂ। ਠੀਕ ਆ, ਬਾਇਓਗੈਸ ਨਿਕਲ ਗਈ, ਉਸ ਤੋਂ ਬਾਅਦ ਜਿਹੜਾ ਰਹਿ ਗਿਆ ਉਹਨੂੰ ਅਸੀਂ ਐਜ਼ ਅ ਮੈਨਿਓਰ ਯੂਜ਼ ਕਰਦੇ ਹਾਂ। ਨੈਕਸਟ ਇਰੀਗੇਸ਼ਨ ਆਪਾਂ ਨੈਕਸਟ ਕਰਾਂਗੇ।